ਸਤਿ ਸ਼੍ਰੀ ਅਕਾਲ, ਨਮਸਤੇ ਜੀ ਆਇਆਂ ਨੂੰ ਬੱਚਿਓ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਸੋ ਅੱਜ ਦੀ ਲੜੀ ਵਿੱਚ ਜੋ ਅਸੀਂ ਅਗਲਾ ਪਾਠ ਕਰਨ ਜਾ ਰਹੇ ਹਾਂ ਉਹ ਹੈ 12ਵੀਂ ਕਲਾਸ ਦੀ ਕਵਿਤਾ ਜਲਕਣ, ਜੋ ਕਿ ਲਿਖੀ ਕਿਸ ਦੀ ਹੋਈ ਹੈ? ਜਗਤਾਰ ਦੀ। ਛੋਟੀ ਕਵਿਤਾ ਪਰ ਬਹੁਤ ਹੀ ਉਮਦਾ ਕਵਿਤਾ। ਇਸ ਕਵਿਤਾ ਵਿੱਚ ਅਜੋਕੇ ਜੀਵਨ ਦੇ ਵਰਤਮਾਨ ਜਿਹੜਾ ਜੀਵਨ ਹੈ, ਵਰਤਮਾਨ ਮਨੁੱਖ ਹੈ, ਉਸ ਬਾਰੇ ਦੱਸਿਆ ਗਿਆ ਹੈ। ਪਾਣੀ ਦੀਆਂ ਬੂੰਦਾਂ ਨੂੰ ਆਧਾਰ ਲੈ ਕੇ ਉਸ ਦੇ ਨਾਲ ਮੁਕਾਬਲਾ ਕਰਕੇ ਉਸ ਦੇ ਨਾਲ ਇੱਕ ਕੰਪੈਰੀਜ਼ਨ ਕਰਕੇ ਦੱਸਿਆ ਗਿਆ ਹੈ ਕਿ ਜਿਵੇਂ ਅੱਜ ਦੇ ਮਨੁੱਖ ਇੱਕ ਦੂਜੇ ਤੇ ਭਰੋਸਾ ਨਹੀਂ ਕਰਦੇ, ਸਕੇ ਰਿਸ਼ਤੇਦਾਰੀਆਂ, ਸਕੇ ਭੈਣ ਭਰਾਵਾਂ ਵਿੱਚ ਵੀ ਜਿਹੜਾ ਅੱਜ ਵਿਸ਼ਵਾਸ ਹੈ ਉਹ ਖਤਮ ਹੁੰਦਾ ਜਾ ਰਿਹਾ ਹੈ। ਉਸੇ ਚੀਜ਼ ਨੂੰ ਆਧਾਰ ਲੈ ਕੇ ਕਵਿਤਾ ਲਿਖੀ ਗਈ ਹੈ। ਸੋ ਅੱਜ ਇਸ ਦਾ ਅਧਿਐਨ ਕਰਾਂਗੇ। ਉਮੀਦ ਕਰਦੀ ਹਾਂ ਕਿ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸੁਣੋਗੇ ਔਰ ਸਮਝੋਗੇ ਵੀ। ਸੋ ਆਓ ਹੁਣ ਇਸ ਕਵਿਤਾ ਦਾ ਅਧਿਐਨ ਕਰਦੇ ਹਾਂ, ਜਿਸ ਦਾ ਕਿ ਨਾਮ ਹੈ ਜਲਕਣ, ਲਿਖੀ ਕਿਸ ਦੀ ਹੋਈ ਹੈ? ਸੋ ਕਵਿਤਾ ਕੁਝ ਇੰਜ ਸ਼ੁਰੂ ਹੁੰਦੀ ਹੈ। ਪਹਿਲਾ ਪੈਰਾ ਹੈ, ਨੰਗੀਆਂ ਨੰਗੀਆਂ ਟਾਹਣਾ ਮੌਸਮ ਪਤਝੜ ਦਾ। ਕਵੀ ਲਿਖ ਰਿਹਾ ਹੈ ਕਿ ਪਤਝੜ ਦਾ ਮੌਸਮ ਹੈ ਜਿਹਦੇ ਵਿੱਚ ਪੱਤੇ ਝੜ ਜਾਂਦੇ ਨੇ ਦਰਖਤਾਂ ਦੇ। ਟਾਹਣੀਆਂ ਜਿਹੜੀਆਂ ਨੇ ਨੰਗੀਆਂ ਨੰਗੀਆਂ ਹਨ ਕਿਉਂਕਿ ਉਹਨਾਂ ਦੇ ਪੱਤੇ ਸਾਰੇ ਝੜ ਚੁੱਕੇ ਹਨ। ਹੁਣੇ ਹੁਣੇ ਮੀਂਹ ਪੈ ਕੇ ਹਟਿਆ। ਮੀਂਹ ਹੁੰਦਾ ਹੈ ਬਾਰਿਸ਼, ਕਿ ਹੁਣੇ ਜੇ ਲੱਗਦਾ ਜਿਵੇਂ ਬਾਰਿਸ਼ ਹੋ ਕੇ ਹੋਈ ਹੈ, ਬਾਰਿਸ਼ ਹੋ ਕੇ ਹਟੀ ਹੈ। ਪੱਤਹੀਣ, ਪੱਤਹੀਣ ਮਤਲਬ ਪੱਤਿਆਂ ਤੋਂ ਬਿਨਾਂ। ਪੱਤਹੀਣ ਟਾਹਣਾ ਸੰਗ ਲਟਕਣ ਨਿੱਕੇ ਨਿੱਕੇ ਜਲਕਣ। ਪੱਤਿਆਂ ਤੋਂ ਸਖਣੀਆਂ, ਪੱਤਿਆਂ ਤੋਂ ਬਿਨਾਂ ਜਿਹੜੀਆਂ ਟਾਹਣੀਆਂ ਹਨ ਉਹਨਾਂ ਨਾਲ ਕੀ ਲਟਕ ਰਿਹਾ ਹੈ? ਪਾਣੀ ਦੀਆਂ ਨਿੱਕੀਆਂ ਨਿੱਕੀਆਂ ਬੂੰਦਾਂ ਜਿਹੜੀਆਂ ਨੇ ਉਹ ਲਟਕ ਰਹੀਆਂ ਹਨ। ਫਿਰ ਦੂਸਰੇ ਪੈਰੇ ਵਿੱਚ ਕਵੀ ਲਿਖ ਰਿਹਾ ਹੈ, ਧਰਤੀ ਦੀ ਖਿੱਚ। ਧਰਤੀ ਵਿੱਚ ਗ੍ਰੈਵਿਟੀ ਵਾਲੀ ਪਾਵਰ ਹੁੰਦੀ ਨਾ ਜਿਹੜੀ ਖਿੱਚਦੀ ਥਾਂ ਨੂੰ। ਧਰਤੀ ਦੀ ਖਿੱਚ ਟਾਹਣਾ ਦੀ ਅੰਗੜਾਈ, ਕਿ ਧਰਤੀ ਦੀ ਖਿੱਚ ਕਾਰਨ ਜਿਹੜੀਆਂ ਟਾਹਣੀਆਂ ਨੇ ਅੰਗੜਾਈਆਂ ਲੈ ਰਹੀਆਂ ਹਨ, ਹਿੱਲ ਰਹੀਆਂ ਹਨ। ਤਿੱਖੀ ਪੌਣ, ਪੌਣ ਹੁੰਦੀ ਹੈ ਹਵਾ, ਕਿ ਤੇਜ਼ ਹਵਾ ਵਗ ਰਹੀ ਹੈ। ਤਿੱਖੀ ਹਵਾ ਨਾਲ ਵਗਣ ਨਾਲ ਜਿਹੜੇ ਰੁੱਖ ਨੇ, ਬਿਰਛ ਦੀ ਕੰਪਣ, ਜਿਹੜਾ ਬ੍ਰਿਛ ਨੇ, ਦਰਖਤ ਨੇ, ਕੰਬਦੇ ਪਏ ਨੇ। ਯਾਨੀ ਕਿ ਧਰਤੀ ਦੀ ਖਿੱਚ ਕਰਕੇ ਜਿਹੜੇ ਟਾਹਣੀਆਂ ਅੰਗੜਾਈ ਲੈ ਰਹੀਆਂ ਹਨ, ਹਿੱਲ ਰਹੀਆਂ ਹਨ। ਤੇਜ਼ ਹਵਾ ਕਰਕੇ ਜਿਹੜੇ ਦਰਖਤ ਨੇ ਉਹ ਕੀ ਹਨ? ਕੰਬ ਰਹੇ ਹਨ। ਕਦਮ ਕਦਮ ਤੇ ਹੋਣੀ ਹੁੰਦਿਆਂ ਇੱਕ ਦੂਜੇ ਦੀ ਨੇੜ ਮੌਤ ਹੈ। ਯਾਨੀ ਕਿ ਜਿਸ ਤਰ੍ਹਾਂ ਕਹਿੰਦੇ ਨਾ, ਜ਼ਿੰਦਗੀ 'ਚ ਵੀ ਕਦਮ ਕਦਮ ਤੇ ਹੋਣੀ ਵਾਪਰਦੀ ਹੈ। ਪਤਾ ਨਹੀਂ ਲੱਗਦਾ ਕਦੋਂ ਕਿਹੜੇ ਕਿਸ ਇਨਸਾਨ ਨਾਲ ਕੀ ਹੋ ਜਾਏ, ਕਦੋਂ ਕਿਹਦੀ ਮੌਤ ਆ ਜਾਂਦੀ। ਕਈ ਲੋਕ ਰਾਤੀ ਸੁੱਤੇ ਸੋ ਜਾਂਦੇ ਹਨ, ਕਈ ਵਾਰੀ ਐਕਸੀਡੈਂਟ ਹੋਇਆ ਅਚਾਨਕ ਹੀ, ਇੱਕ ਬੰਦੇ ਨੂੰ ਤਾਂ ਕੁਛ ਨਹੀਂ ਹੋਇਆ, ਦੂਸਰੇ ਦੀ ਜਾਨ ਚਲੀ ਜਾਂਦੀ ਹੈ। ਅਤੇ ਹੋਣੀ ਦਾ ਪਤਾ ਨਹੀਂ ਲੱਗਦਾ ਕਦੋਂ ਹੋ ਜਾਂਦੀ ਹੈ। ਅਤੇ ਉਸੇ ਤਰ੍ਹਾਂ ਕਹਿ ਰਹੇ ਕਿ ਜਿਹੜੇ ਟਾਹਣੀਆਂ ਸੰਗ ਬੂੰਦਾਂ ਲਟਕ ਰਹੀਆਂ ਹਨ, ਕਿ ਇੱਕ ਬੂੰਦ ਦੂਜੀ ਬੂੰਦ ਦੇ ਨਜ਼ਦੀਕ ਆਉਂਦੀ ਹੈ। ਜਿਵੇਂ ਜਿਉਂ ਨਜ਼ਦੀਕ ਆਉਂਦੀ ਹੈ, ਤੁਸੀਂ ਵੇਖਿਆ ਹੋਏਗਾ ਦਰਖਤਾਂ ਟਾਹਣੀਆਂ ਨਾਲ ਬੂੰਦਾਂ ਲਟਕਦੀਆਂ ਹੁੰਦੀਆਂ ਨੇ। ਇੱਕ ਬੂੰਦ ਜਿਹੜੀ ਦੂਜੇ ਦੇ ਨੇੜੇ ਆਉਂਦੀ, ਨਾਲ ਹੀ ਇੱਕ ਪਹਿਲੀ ਵਾਲੀ ਬੂੰਦ ਜਿਹੜੀ ਹੁੰਦੀ ਉਹ ਹੇਠਾਂ ਨੂੰ ਠਾਹ ਨੂੰ ਡਿੱਗ ਜਾਂਦੀ ਹੈ। ਅਤੇ ਕਹਿ ਰਹੇ ਕਦਮ ਕਦਮ ਤੇ ਹੋਣੀ ਵਾਪਰ ਰਹੀ ਹੈ। ਬੂੰਦਾਂ ਜਿਹੜੀਆਂ ਪਾਣੀ ਦੀਆਂ ਉਹਨਾਂ ਦਾ ਇੱਕ ਦੂਜੇ ਦੇ ਨੇੜੇ ਆਉਣ ਦਾ ਕਾਹਦਾ ਸੰਦੇਸ਼ ਦੇ ਰਹੀਆਂ ਹਨ? ਮੌਤ ਦਾ। ਕਦਮ ਕਦਮ ਤੇ ਹੋਣੀ ਹੁੰਦਿਆਂ ਇੱਕ ਦੂਜੇ ਦੀ ਨੇੜ ਮੌਤ ਹੈ। ਦੋ ਬੂੰਦਾਂ ਆਪਸ ਮਿਲਦੀਆਂ ਤੇ ਇੱਕ ਬੂੰਦ ਜਿਹੜੀ ਹੈ ਥੱਲੇ ਡਿੱਗ ਜਾਂਦੀ, ਯਾਨੀ ਕਿ ਇੱਕ ਬੂੰਦ ਦੀ ਮੌਤ ਹੋ ਜਾਂਦੀ ਹੈ। ਇੱਕ ਦੂਜੇ ਦੀ ਹੋਂਦ ਭਾਰ ਹੈ। ਇੱਕ ਦੂਸਰੇ ਦੀ ਹੋਂਦ ਜਿਹੜੀ ਹੈ, ਇੱਕ ਦੂਸਰੇ ਦੀ ਬੂੰਦਾਂ ਦੀ ਜਿਹੜੀ ਹੋਂਦ ਹੈ, ਇੱਕ ਦੂਸਰੇ ਵਾਸਤੇ ਉਹ ਭਾਰ ਹੈ। ਇੱਕ ਜਲਕਣ ਦੂਜੇ ਤੋਂ ਕਿੰਨਾ ਖਬਰਦਾਰ ਹੈ, ਕਿ ਇੱਕ ਜਲਕਣ, ਇੱਕ ਜਲ ਦੀ ਬੂੰਦ ਦੂਸਰੇ ਤੋਂ ਕਿੰਨਾ ਖਬਰਦਾਰ ਹੈ। ਸੋ ਇਹੀ ਹਾਲਾਤ ਜਿਹੜੀ ਹੈ ਅੱਜ ਵਰਤਮਾਨ ਮਨੁੱਖਾਂ ਦੀ ਵੀ ਹੈ। ਅੱਜ ਵਰਤਮਾਨ ਮਨੁੱਖ ਇੱਕ ਦੂਸਰੇ ਲਈ ਜਿਹੜੇ ਕੀ ਹਨ? ਖਤਰਾ ਹਨ। ਇੱਕ ਦੂਜੇ ਤੋਂ ਡਰਦੇ ਹਨ ਅਤੇ ਇੱਕ ਦੂਸਰੇ ਤੋਂ ਹਮੇਸ਼ਾ ਦੂਰ ਰਹਿਣ ਦਾ ਕੋਸ਼ਿਸ਼ ਜਿਹੜੀ ਕਿ ਉਹ ਕਰਦੇ ਹਨ। ਤੀਸਰਾ ਅਤੇ ਲਾਸਟ ਪੈਰਾ ਇਸ ਕਵਿਤਾ ਦਾ। ਇਸ ਕਵਿਤਾ ਵਿੱਚ ਕਵੀ ਕਹਿ ਰਿਹਾ ਕਿਹੋ ਜਿਹਾ ਦੌਰ ਹੈ ਆਇਆ, ਕਿ ਕਿਹੋ ਜਿਹਾ ਸਮਾਂ ਹੁਣ ਆ ਗਿਆ ਹੈ। ਪਹਿਲਾਂ ਅਸੀਂ ਪੜ੍ਹਿਆ ਸੀ ਕਿ ਬਾਰਿਸ਼ ਹੋ ਕੇ ਹਟੀ ਹੈ, ਨੰਗੀਆਂ ਜਿਹੜੀਆਂ ਟਾਹਣੀਆਂ ਹਨ ਉਹਨਾਂ 'ਤੇ ਪੱਤੇ ਜਿਹੜੇ ਲੱਥ ਚੁੱਕੇ ਹਨ ਕਿਉਂਕਿ ਮੌਸਮ ਜਿਹੜਾ ਪਤਝੜ ਦਾ ਹੈ। ਹੁਣ ਇੰਝ ਲੱਗ ਰਿਹਾ ਕਿ ਜਿਵੇਂ ਬਾਰਿਸ਼ ਹੋ ਕੇ ਹਟੀ ਹੈ ਔਰ ਧਰਤੀ ਦੀ ਖਿੱਚ ਕਰਕੇ ਟਾਹਣੀਆਂ ਅੰਗੜਾਈ ਲੈ ਰਹੀਆਂ ਹਨ। ਤਿੱਖੀ ਪੌਣ ਹਵਾ ਚੱਲ ਰਹੀ, ਉਹਦੇ ਕਰਕੇ ਦਰਖਤ ਹਿੱਲ ਰਹੇ ਹਨ ਔਰ ਇੱਕ ਦੂਜੇ ਜਲਕਣ ਦੀ ਹੋਂਦ ਇੱਕ ਦੂਸਰੇ ਵਾਸਤੇ ਖਤਰਾ ਹੈ, ਮੌਤ ਹੈ, ਜਿਵੇਂ ਵਰਤਮਾਨ ਮਨੁੱਖ ਹਨ। ਸੋ ਇਸ ਵਿੱਚ ਕਹਿ ਰਿਹਾ ਕਿ ਕਿਹੋ ਜਿਹਾ ਦੌਰ ਹੈ ਆਇਆ, ਕਿ ਕਿਹੋ ਜਿਹਾ ਸਮਾਂ ਆ ਗਿਆ ਹੈ। ਸਾਜੇ ਮਨੀ ਲੁਕੀ ਨੇ ਗਿਰਗਟ, ਗਿਰਗਟ ਹੁੰਦਾ ਜਿਹੜਾ ਪਲ ਪਲ ਰੰਗ ਬਦਲੇ ਆਪਣਾ। ਕਹਿੰਦੇ ਅੱਜ ਹਰ ਇਨਸਾਨ ਦੇ ਮਨ ਵਿੱਚ ਗਿਰਗਟ ਵਾਲਾ ਵੀ ਜਿਹੜਾ ਥੋੜ੍ਹਾ ਬਹੁਤ ਅੰਸ਼ ਹੈਗਾ, ਕਿ ਹਰ ਕੋਈ ਸਮੇਂ ਆਉਣ 'ਤੇ ਆਪਣਾ ਰੰਗ ਬਦਲ ਲੈਂਦਾ। ਕਿਸੇ ਕੋਲ 4 ਪੈਸੇ ਵੱਧ ਆ ਗਏ ਤਾਂ ਰੰਗ ਬਦਲ ਜਾਂਦਾ, ਕਿਸੇ ਦੇ ਤਰੱਕੀ ਜ਼ਿਆਦਾ ਹੋ ਗਈ ਤਾਂ ਰੰਗ ਬਦਲਦਾ, ਕਿਸੇ ਦੇ ਨੰਬਰ ਜ਼ਿਆਦਾ ਆ ਗਏ, ਕੋਈ ਵਧੀਆ ਸਕੂਲ 'ਚ ਐਡਮਿਸ਼ਨ ਹੋ ਗਈ, ਵਧੀਆ ਕਾਲਜ 'ਚ ਐਡਮਿਸ਼ਨ ਹੋ ਗਈ ਤਾਂ ਰੰਗ ਬਦਲ ਲੈਂਦੇ ਹਨ। ਨਜ਼ਰਾਂ ਅੰਦਰ ਤੋਤੇ ਝਾਕਣ, ਤੋਤੇ ਝਾਕਦੇ ਤੋਂ ਮਤਲਬ ਹੈ ਜਿਹੜਾ ਪਲ ਪਲ ਹੀ ਰੰਗ ਬਦਲੇ, ਕਿਸੇ ਉੱਪਰ ਕੋਈ ਇੱਕ ਦੂਸਰੇ ਉੱਪਰ ਵਿਸ਼ਵਾਸ ਨਹੀਂ ਕਰਦੇ। ਇੱਕ ਦੂਜੇ ਦੀ ਹੋਂਦੋਂ ਤਰਹਿੰਦੇ, ਤਰਹਿੰਦੇ ਹੋ ਨਾ ਡਰਨਾ, ਕਿ ਇੱਕ ਦੂਸਰੇ ਦੀ ਹੋਂਦ ਤੋਂ ਡਰਦੇ ਹਨ। ਇੱਕ ਦੂਸਰੇ ਦੇ ਹੀ ਕਹਿੰਦੇ ਕਿ ਸਾਡੇ ਕੋਲ 4 ਪੈਸੇ ਆਏ, ਹਾਏ ਲੋਕਾਂ ਨੂੰ ਪਤਾ ਨਾ ਲੱਗ ਜੇ, ਲੋਕ ਨਜ਼ਰ ਲਾ ਦੇਣਗੇ ਕਿਸੇ ਨੂੰ। ਸਭ ਆਪਣੀ ਤਰੱਕੀ ਆਪਣੀ ਖੁਸ਼ੀ ਦੂਸਰੇ ਤੋਂ ਲੁਕਾਉਂਦੇ ਹਾਂ। ਕਿਉਂ ਲੁਕਾਉਂਦੇ ਹਾਂ? ਪਹਿਲੇ ਦੇ ਜ਼ਮਾਨੇ 'ਚ ਤਾਂ ਲੋਕ ਇੰਝ ਨਹੀਂ ਕਰਦੇ ਸੀ, ਇੱਕ ਦੂਸਰੇ ਨਾਲ ਆਪਣੀ ਖੁਸ਼ੀ ਜਿਹੜੀ ਸ਼ੇਅਰ ਕਰਦੇ ਸੀ, ਇੱਕ ਦੂਸਰੇ ਨਾਲ ਮਿਲ ਕੇ ਆਪਣੀ ਖੁਸ਼ੀ ਵੰਡਦੇ ਸੀ। ਪਰ ਅੱਜ ਦੇ ਸਮੇਂ 'ਚ ਲੋਕ ਇੱਕ ਦੂਸਰੇ ਤੋਂ ਆਪਣੀ ਖੁਸ਼ੀ ਲੁਕਾਉਂਦੇ ਨੇ, ਡਰਦੇ ਨੇ। ਕਿਉਂ ਡਰਦੇ ਨੇ? ਕਿਉਂਕਿ ਇੱਕ ਮਨੁੱਖ ਦੂਸਰੇ ਮਨੁੱਖ ਲਈ ਅੱਜ ਖਤਰਾ ਹੈ। ਅਸੀਂ ਸਮੇਂ ਦੀ ਸੂਲੀ ਚੜ੍ਹ ਕੇ ਬਣਦੇ ਜਾਈਏ ਜਲਕਣ। ਕਹਿੰਦੇ ਅੱਜ ਇਨਸਾਨ ਤਰੱਕੀ ਬਹੁਤ ਕਰ ਰਿਹਾ ਹੈ, ਬਹੁਤ ਤਰੱਕੀ ਕਰ ਲਈ ਹੈ, ਲੇਕਿਨ ਮਨੁੱਖਤਾ ਵਿੱਚ ਇੱਕ ਦੂਸਰੇ ਲਈ ਪਿਆਰ, ਵਿਸ਼ਵਾਸ, ਵਫਾਦਾਰੀ ਜਿਹੜੀ ਹੈ ਖਤਮ ਹੁੰਦੀ ਜਾ ਰਹੀ ਹੈ। ਔਰ ਕੀ ਪ੍ਰਧਾਨ ਹੁੰਦਾ ਜਾ ਰਿਹਾ ਹੈ? ਸਵਾਰਥ, ਆਪਣਾ ਮਤਲਬ ਜਿਹੜਾ ਉਹ ਪ੍ਰਧਾਨ ਹੁੰਦਾ ਜਾ ਰਿਹਾ।
ਸੋ ਇਹ ਸੀ ਕਵਿਤਾ ਜਲਕਣ, ਜਿਸ ਵਿੱਚ ਅਜੋਕੇ ਮਨੁੱਖ ਦਾ ਇੱਕ ਦੂਸਰੇ ਪ੍ਰਤੀ ਖਤਮ ਹੁੰਦੇ ਵਿਸ਼ਵਾਸ ਪਿਆਰ ਨੂੰ ਦਿਖਾਇਆ ਗਿਆ ਹੈ। ਕਹਿੰਦੇ ਕਿ ਪਹਿਲੇ ਜ਼ਮਾਨੇ 'ਚ ਨਾ ਲੋਕ ਜਿਹੜੇ ਬਰਤਨ ਇਸਤੇਮਾਲ ਕਰਦੇ ਸੀ, ਪਿੱਤਲ ਦੇ ਇਸਤੇਮਾਲ ਕਰਦੇ ਸੀ। ਪਿੱਤਲ ਜਿਹੜੇ ਕਿ 20 20 25 50 50 ਸਾਲ ਤੱਕ ਜਿਹੜੇ ਬਰਤਨ ਕੇ ਚੱਲਦੇ ਸੀ। ਉਦੋਂ ਇਨਸਾਨ ਦਾ ਪਿਆਰ ਵੀ ਇੰਝ ਸੀ, ਰਿਸ਼ਤੇਦਾਰੀ ਵੀ ਐਸੀ ਸੀ, ਗੂੜਾ ਸੀ, ਇੱਕ ਦੂਜੇ 'ਤੇ ਭਰੋਸਾ ਸੀ। ਫਿਰ ਸਟੀਲ ਦੇ ਬਰਤਨ ਆ ਗਏ, ਫਿਰ ਉਸ ਤੋਂ ਬਾਅਦ ਮਿੱਟੀ ਦੇ ਬਰਤਨ ਆ ਗਏ, ਕੱਚ ਦੇ ਬਰਤਨ ਆ ਗਏ, ਹੁਣ ਡਿਸਪੋਜ਼ੇਬਲ ਦਾ ਸਮਾਂ ਆ ਗਿਆ, ਜਿਹੜੇ ਕਿ ਇਸਤੇਮਾਲ ਕਰੋ ਔਰ ਨਾਲ ਹੀ ਸੁੱਟ ਦੋਗੇ ਉਹਨੂੰ ਫੋਲਡ ਕਰਕੇ। ਸੋ ਅੱਜ ਕਹਿੰਦੇ ਲੋਕਾਂ ਦਾ, ਮਨੁੱਖਾਂ ਦਾ, ਰਿਸ਼ਤੇਦਾਰੀਆਂ ਦਾ ਵੀ ਇਹੋ ਹਿਸਾਬ ਹੋ ਗਿਆ ਕਿ ਇੱਕ ਦੂਸਰੇ 'ਤੇ ਜਿਹੜਾ ਵਿਸ਼ਵਾਸ ਹੈ ਉਹ ਬਿਲਕੁਲ ਉਂਝ ਹੀ ਹੋ ਗਿਆ ਕਿ ਇੱਕ ਦੂਸਰੇ ਤੋਂ ਕੰਮ ਖਤਮ ਹੋਇਆ, ਨਾਲ ਹੀ ਮੂੰਹ ਮੋੜ ਲੈਂਦੇ ਨੇ ਇੱਕ ਦੂਸਰੇ ਤੋਂ। ਫਿਰ ਅਗਰ ਉਸੇ ਇਨਸਾਨ ਤੋਂ ਕੰਮ ਹੈ ਤਾਂ ਫਿਰ ਪਿਆਰ ਨਾਲ ਗੱਲ ਕਰ ਲੈਣਗੇ। ਸੋ ਇਸ ਕਵਿਤਾ ਵਿੱਚ ਇਹੀ ਦਿਖਾਇਆ ਗਿਆ ਹੈ ਕਿ ਲੋਕਾਂ ਦਾ ਇੱਕ ਦੂਸਰੇ ਪ੍ਰਤੀ ਜਿਹੜਾ ਵਿਸ਼ਵਾਸ ਹੈ ਉਹ ਖਤਮ ਹੋ ਗਿਆ। ਆਪਣੀ ਤਰੱਕੀ ਨੂੰ ਹਰ ਕੋਈ ਲੁਕਾਉਂਦਾ ਹੈ। ਕਿਉਂ ਲੁਕਾਉਂਦਾ ਹੈ? ਕਿਉਂਕਿ ਦੂਸਰੇ ਇਨਸਾਨ ਤੋਂ ਡਰ ਲੱਗਦਾ ਹੈ ਕਿ ਮੇਰੀ ਰਸਤੇ 'ਚ, ਮੇਰੀ ਤਰੱਕੀ ਦੇ ਰਾਹ 'ਚ ਕਿਤੇ ਇਹ ਨਾ ਆ ਜਾਏ। ਸੋ ਉਮੀਦ ਕਰ ਰਹੀ ਤੁਹਾਨੂੰ ਇਹ ਕਵਿਤਾ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ, ਪਰ ਫਿਰ ਵੀ ਜੇ ਕੋਈ ਚੀਜ਼ ਰਹਿ ਗਈ ਹੈ ਕਮੈਂਟ ਬਾਕਸ ਵਿੱਚ ਲਿਖ ਦਿਓ, ਉਸਨੂੰ ਦੁਬਾਰਾ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਧੰਨਵਾਦ।